ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਪ੍ਰੋਗਰਾਮ ਕੈਨੇਡਾ ਨਾਉ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਇਹਨਾਂ ਖਬਰਾਂ ਉੱਪਰ ਵਿਚਾਰ ਚਰਚਾ ਕਰਨ ਵਾਸਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸਾਡੇ ਸਹਿਯੋਗੀ ਮਨਦੀਪ ਸਿੰਘ ਟੁੱਟ। ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਮਨਦੀਪ ਜੀ, ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਵੱਡੀ ਖਬਰ ਦੀ ਗੱਲ ਕਰਦੇ ਹਾਂ। ਅੱਜ ਕੈਨੇਡਾ ਵੱਲੋਂ ਇੱਕ ਵੱਡਾ ਇਮੀਗ੍ਰੇਸ਼ਨ ਨਾਲ ਸੰਬੰਧਿਤ ਜੋ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਵੀਜ਼ੇ ਜਿਹੜੇ ਨੇ ਉਹਨਾਂ ਦਾ ਜ਼ਿਕਰ ਕੀਤਾ ਗਿਆ। ਸਭ ਤੋਂ ਪਹਿਲਾਂ ਇਸ ਬਾਰੇ ਜਾਣਕਾਰੀ ਤੁਹਾਡੇ ਤੋਂ ਹਾਸਿਲ ਕਰਨਾ ਚਾਹਾਂਗੇ ਕਿ ਹੁਣ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਦੇ ਸੰਬੰਧੀ ਕਿਹੜੇ ਕਦਮ ਚੁੱਕਣ ਜਾ ਰਹੀ ਹੈ। ਜੀ ਬਿਲਕੁਲ ਜੀ, ਕਿਉਂਕਿ ਇਸ ਵਕਤ ਸਭ ਤੋਂ ਵੱਡਾ ਸਵਾਲ ਜਿਹੜਾ ਉਹ ਇਹੀ ਹੈ ਕਿ ਇਸ ਵਕਤ ਇੰਨਾ ਡਿਲੇ ਕਿਉਂ ਹੋ ਰਿਹਾ, ਜਿਹੜੀਆਂ ਐਪਲੀਕੇਸ਼ਨਸ ਆ ਉਹਨਾਂ ਦਾ ਨਿਪਟਾਰਾ ਕਿਉਂ ਨਹੀਂ ਹੋ ਰਿਹਾ, ਉਹਨਾਂ ਦੇ ਰਿਜ਼ਲਟ ਜਿਹੜੇ ਆ ਉਹ ਕਿਉਂ ਨਹੀਂ ਆ ਰਹੇ। ਔਰ ਇਹ ਸਿਰਫ ਜਿਹੜੀਆਂ ਪੀਆਰ ਵਾਲੀਆਂ ਐਪਲੀਕੇਸ਼ਨਸ ਉਹਦੇ ਵਿੱਚ ਨਹੀਂ, ਵਿਜ਼ਟਰ ਵੀਜ਼ਾ, ਸਟੱਡੀ ਪਰਮਿਟ ਜਿਹੜੇ ਆ, ਸਟੱਡੀ ਵੀਜ਼ਾ ਜਿਹੜਾ ਆ, ਜਾਂ ਵਰਕ ਪਰਮਿਟ ਆ, ਜਾਂ ਜਿਹੜੇ ਸਪਾਊਸਲ ਵਰਕ ਪਰਮਿਟ ਆ, ਜਾਂ ਵੈਸੇ ਸਪਾਊਸਲ ਪੀਆਰ ਵਾਲੇ ਕੇਸ ਆ, ਸਾਰਿਆਂ ਦੇ ਵਿੱਚ ਇਹ ਦਿੱਕਤ ਆ ਰਹੀ ਸੀ। ਸਾਡੇ ਵੀ ਬਹੁਤ ਸਾਰੇ ਦਰਸ਼ਕ ਜਿਹੜੇ ਆ ਇਸ ਮਾਮਲੇ ਉੱਤੇ ਸਾਨੂੰ ਸਵਾਲ ਕਰਦੇ ਨੇ ਅਕਸਰ ਕਿ ਇਸ ਵਕਤ ਇੰਨਾ ਸਮਾਂ ਕਿਉਂ ਲੱਗ ਰਿਹਾ। ਸੋ ਇਹਦੇ ਸੰਬੰਧੀ ਜਿਹੜੇ ਸਵਾਲ ਸੀ ਉਹ ਕੈਨੇਡਾ ਸਰਕਾਰ ਕੋਲ ਵੀ ਪਹੁੰਚਾਏ ਜਾਂਦੇ ਸੀ, ਇਮੀਗ੍ਰੇਸ਼ਨ ਮਿਨਿਸਟਰ ਨੂੰ ਵੀ ਪੁੱਛੇ ਜਾਂਦੇ ਸੀ, ਉਹਨਾਂ ਦੇ ਧਿਆਨ 'ਚ ਵੀ ਲਿਆਂਦਾ ਜਾਂਦਾ ਸੀ। ਔਰ ਉਹ ਵਾਰ-ਵਾਰ ਕਹਿੰਦੇ ਵੀ ਸੀ ਕਿ ਇਹ ਟੈਂਪਰੇਰੀ ਪ੍ਰੋਬਲਮ ਇਸ ਵਕਤ ਆ ਰਹੀ ਆ, ਕਿਉਂਕਿ ਇਹ ਸਾਰਾ ਕੁਝ ਕੋਵਿਡ ਕਰਕੇ ਹੋ ਰਿਹਾ। ਇਹਦੇ ਸੰਬੰਧੀ ਅੱਜ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਨੇ ਸੀਨ ਫਰੇਜ਼ਰ, ਉਹਨਾਂ ਵੱਲੋਂ ਇੱਕ ਜਾਣਕਾਰੀ ਜਿਹੜੀ ਦਿੱਤੀ ਗਈ ਆ ਕਿ ਅਸੀਂ ਹੁਣ ਜਿਹੜਾ ਕਹਿ ਰਿਹਾ ਕਿ ਇਸ ਵਕਤ ਇੱਕ ਵਾਰੀ ਫਿਰ ਤੇਜ਼ੀ ਜਿਹੜੀ ਆ ਲਿਆਉਣ ਜਾ ਰਹੇ ਆ ਇਸ ਸਾਰੇ ਪ੍ਰੋਸੈਸ ਦੇ ਵਿੱਚ। ਪਰ ਉਹਨਾਂ ਨੇ ਸਿਰਫ ਪੀਆਰ ਫਾਈਲਾਂ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਵਿਜ਼ਟਰ ਵੀਜ਼ੇ ਦੀ ਗੱਲ ਵੀ ਕੀਤੀ ਆ, ਉਹਨਾਂ ਨੇ ਜਿਹੜੇ ਸਪਾਊਸ ਕੇਸ ਆ ਉਹਨਾਂ ਦੀ ਗੱਲ ਵੀ ਕੀਤੀ ਆ, ਉਹਨਾਂ ਨੇ ਜਿਹੜੇ ਸਟੱਡੀ ਵੀਜ਼ਾ ਆ ਜਾਂ ਹੋਰ ਜਿਹੜੇ ਵਰਕ ਪਰਮਿਟ ਆ ਉਹਨਾਂ ਦੀ ਗੱਲ ਵੀ ਕੀਤੀ ਆ। ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਪਿਛਲੇ ਸਾਲ ਦਾ ਸਰਕਾਰ ਦਾ ਬਜਟ ਸੀਗਾ ਉਹ 'ਚ 85 ਮਿਲੀਅਨ ਜਿਹੜਾ ਡਾਲਰ ਸੀਗਾ ਉਹ ਰੱਖਿਆ ਸੀ ਇਸ ਕੰਮ ਲਈ। ਔਰ ਬੀਤੇ ਦਿਨੀ ਜਦੋਂ ਇਸ ਸਾਲ ਦੇ ਜਿਹੜੇ ਮੰਡੇਟ ਲੈਟਰ ਜਿਹੜੇ ਜਸਟਿਨ ਟਰੂਡੋ ਵੱਲੋਂ ਲਿਖੇ ਗਏ, ਉਹਦੇ ਵਿੱਚ ਉਹਨਾਂ ਨੇ ਜਿਹੜਾ ਇਮੀਗ੍ਰੇਸ਼ਨ ਮੰਤਰੀ ਨੂੰ ਲਿਖਿਆ ਸੀ ਉਹ 'ਚ ਵੀ ਉਹਨਾਂ ਨੇ ਜਿਹੜਾ ਪ੍ਰੋਸੈਸਿੰਗ ਟਾਈਮ ਘਟਾਉਣ ਦੀ ਗੱਲ ਕੀਤੀ ਸੀਗੀ। ਉਹਨੂੰ ਲੈ ਕੇ ਅੱਜ ਖਾਸ ਤੌਰ 'ਤੇ ਜਿਹੜੇ ਇਮੀਗ੍ਰੇਸ਼ਨ ਮੰਤਰੀ ਉਹ ਅੱਗੇ ਆਏ, ਉਹਨਾਂ ਨੇ ਅੱਜ ਐਲਾਨ ਕੀਤਾ ਕਿ ਜਿਹੜਾ 85 ਮਿਲੀਅਨ ਹੈ ਇਹ ਖਰਚਿਆ ਜਾ ਰਿਹਾ। ਔਰ ਇਹਦੇ ਨਾਲ ਉਹ ਕਹਿੰਦੇ ਕਿ ਸਾਰੇ ਤਰ੍ਹਾਂ ਜਿਹੜੇ ਵੀਜ਼ੇ ਆ, ਚਾਹੇ ਵਿਜ਼ਟਰ ਵੀਜ਼ਾ ਆ, ਚਾਹੇ ਹੋਰ ਜਿਹੜੀਆਂ ਫਾਈਲਾਂ ਨੇ ਪੀਆਰ ਦੀਆਂ, ਸਾਰਿਆਂ 'ਚ ਕਹਿੰਦੇ ਹੁਣ ਅਸੀਂ ਤੇਜ਼ੀ ਨਾਲ ਕੰਮ ਲਿਆਵਾਂਗੇ। ਔਰ ਲੱਗਦਾ ਕਿ ਹੁਣ ਇਹ ਕੰਮ ਤੇਜ਼ੀ ਨਾਲ ਇੱਕ ਵਾਰੀ ਫਿਰ ਸ਼ੁਰੂ ਹੋਣ ਜਾ ਰਿਹਾ। ਹਾਲਾਂਕਿ ਜਿਸ ਤਰੀਕੇ ਨਾਲ ਸਤੰਬਰ ਦੇ ਅਖੀਰਲੇ 6 ਮਹੀਨਿਆਂ ਵਿੱਚ ਜੋ ਗਤੀ ਫੜੀ ਸੀ ਪੀਆਰ ਦੀਆਂ ਫਾਈਲਾਂ ਨੇ, ਜੋ ਰਿਕਾਰਡ ਟੁੱਟੇ, 47 ਹਜ਼ਾਰ ਜਿਹੜੀਆਂ ਫਾਈਲਾਂ ਸੀਗੀਆਂ ਉਹ ਇੱਕ ਮਹੀਨੇ ਵਿੱਚ ਕਲੀਅਰ ਕੀਤੀਆਂ ਗਈਆਂ ਪੀਆਰ ਦੀਆਂ। ਉਸੇ ਗਤੀ ਨਾਲ ਔਰ ਉਸ ਤੋਂ ਵੀ ਤੇਜ਼ੀ ਨਾਲ ਹੁਣ ਕਹਿੰਦੇ ਵੀ ਕੰਮ ਕਰਾਂਗੇ, ਜਿਹਦੇ ਵਿੱਚ ਉਹਨਾਂ ਨੇ ਟਾਰਗੇਟ ਇਹ ਲਾਉਂਦੇ ਆ ਕਿ ਜਿਹੜਾ ਪਹਿਲਾ ਇਸ ਵਕਤ ਕੁਆਟਰ ਆ 2022 ਦਾ, ਭਾਵ ਕਿ ਜਿਹੜੇ ਪਹਿਲੇ 3 ਮਹੀਨੇ ਹੋਣਗੇ ਉਹਦੇ ਵਿੱਚ ਜਿਹੜਾ ਵਾ ਹੁਣ ਇਸ ਵਕਤ 1,47,000 ਦਾ ਟਾਰਗੇਟ ਕਹਿੰਦੇ ਹੈਗਾ ਆ। ਕਹਿੰਦੇ 2021 ਵਿੱਚ ਜਿਹੜੀਆਂ 5 ਲੱਖ ਫਾਈਲਾਂ ਸੀਗੀਆਂ ਸਾਡੇ ਕੋਲ ਪੀਆਰ ਦੀਆਂ, ਅਸੀਂ 5 ਲੱਖ ਫਾਈਲਾਂ ਦੇ ਜਿਹੜੇ ਰਿਜ਼ਲਟ ਦਿੱਤੇ ਆ, ਜਿਸ ਤੋਂ 4 ਲੱਖ ਤੋਂ ਵੱਧ ਲੋਕਾਂ ਨੂੰ ਪੀਆਰ ਦਿੱਤੀ ਗਈ ਆ। ਤੇ ਕਹਿੰਦੇ ਹੁਣ ਸਾਡਾ ਟਾਰਗੇਟ ਇਹ ਆ ਕਿ ਅਸੀਂ 1,47,000 ਲੋਕਾਂ ਨੂੰ ਪੀਆਰ ਜਿਹੜੀ ਆ ਇਸ 2022 ਦੇ ਪਹਿਲੇ ਕੁਆਟਰ ਦੇਣੀ ਆ। ਇਹਦਾ ਮਤਲਬ ਇਹ ਆ ਕਿ ਬਹੁਤ ਤੇਜ਼ੀ ਨਾਲ ਕੰਮ ਜਿਹੜਾ ਉਹ ਚੱਲੇਗਾ। ਲਗਭਗ 50,000 ਫਾਈਲ ਜਿਹੜੀ ਹਰ ਮਹੀਨੇ ਨਿਕਲੇਗੀ। ਔਰ ਇਹਦੇ ਵਿੱਚੋਂ ਇੱਕ ਮਹੀਨਾ ਅੱਜ ਨਿਕਲ ਚੁੱਕਾ ਆ, 31 ਜਨਵਰੀ ਅੱਜ ਕੈਨੇਡਾ ਦੇ ਵਿੱਚ, ਔਰ 2 ਮਹੀਨੇ ਹੋ ਰਿਹਾ। ਜੇ ਪਹਿਲੇ ਕੁਆਟਰ ਦੀ ਉਹ ਗੱਲ ਕਰ ਰਹੇ ਆ, ਮਤਲਬ ਹੈ ਕਿ ਅਗਲੇ 2 ਮਹੀਨਿਆਂ ਵਿੱਚ ਵੀ ਕੰਮ ਜਿਹੜਾ ਉਹ ਤੇਜ਼ੀ ਨਾਲ ਨਿਕਲੇਗਾ। ਔਰ ਇਹਦੇ ਵਿੱਚ ਹੋਰ ਸਟਾਫ ਭਰਤੀ ਕਰਨ ਦੀ ਗੱਲ ਵੀ ਚੱਲ ਰਹੀ ਆ। ਇਹਦੇ ਵਿੱਚ ਆਰਟੀਫਿਸ਼ੀਅਲ ਜਿਹੜੀ ਇੰਟੈਲੀਜੈਂਸ ਆ ਉਹਦੀ ਗੱਲ ਵੀ ਚੱਲ ਰਹੀ ਹੈ ਕਿ ਉਹਦੀ ਮਦਦ ਵੀ ਲਈ ਜਾਵੇਗੀ। ਸੋ ਜਿਹੜਾ ਬੈਕਲੌਗ ਆ ਉਹਨੂੰ ਜਿਹੜੀ ਆ ਘਟਾਉਣ ਦੀ ਲਗਾਤਾਰ ਗੱਲ ਕੀਤੀ ਜਾ ਰਹੀ ਆ। ਸੋ ਉਹਦੇ ਸੰਬੰਧੀ ਅੱਜ ਇਮੀਗ੍ਰੇਸ਼ਨ ਮੰਤਰੀ ਨੇ ਕੁਝ ਨਵੇਂ ਹੋਰ ਵੀ ਐਲਾਨ ਕੀਤੇ ਆ, ਜਿਹਦੇ ਵਿੱਚ ਕਹਿੰਦੇ ਵੀ ਇੱਕ ਨਵਾਂ ਪੋਰਟਲ ਜਿਹੜਾ ਵਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਜਿਸ 'ਚ ਜਿਹੜੀਆਂ ਪੀਆਰ ਦੀਆਂ ਫਾਈਲਾਂ ਨੇ ਉਹਦਾ ਸਟੇਟਸ ਹੁਣ ਜਿਹੜਾ ਆਸਾਨੀ ਨਾਲ ਪਤਾ ਲੱਗਿਆ ਕਰੇਗਾ। ਔਰ ਖਾਸ ਕਰਕੇ ਸਪਾਊਸਲ ਕੇਸਾਂ ਦੀ ਤੇ ਜਿਹੜੇ ਡਿਪੈਂਡੈਂਟ ਨੇ, ਜਿਹੜਾ ਇੱਕ ਵਿਅਕਤੀ ਜਾਂ ਉਹਦਾ ਪਰਿਵਾਰ ਜਿਸ 'ਤੇ ਹੋਰ ਨਾਲ ਫਾਈਲ ਲੱਗੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ, ਉਹਨਾਂ ਸਾਰਿਆਂ ਲਈ ਇੱਕ ਵੱਖਰਾ ਪੋਰਟਲ ਆਊਗਾ, ਜਿਸ 'ਚ ਖਾਸ ਤੌਰ 'ਤੇ ਤੁਸੀਂ ਅਪਡੇਟ ਹਰ ਵਕਤ ਲੈ ਸਕਦੇ ਹੋ ਕਿ ਤੁਹਾਡੀ ਫਾਈਲ ਕਿੱਥੇ ਪਹੁੰਚੀ ਹੈ, ਕੀ ਚੱਲ ਰਿਹਾ। ਸੋ ਇਹ ਸਾਰੇ ਐਲਾਨ ਅੱਜ ਇਮੀਗ੍ਰੇਸ਼ਨ ਮੰਤਰੀ ਵੱਲੋਂ ਕੀਤੇ ਗਏ। ਜੀ
ਮਨਦੀਪ ਜੀ, ਇਮੀਗ੍ਰੇਸ਼ਨ ਦੀ ਗੱਲ ਹੋਈ ਹੈ, ਪਰ ਹੁਣ ਇੱਕ ਹੋਰ ਜਿਹੜੀ ਵੱਡੀ ਖਬਰ ਹੈ ਉਸ ਦੀ ਗੱਲ ਕਰ ਲੈਂਦੇ ਆ, ਜੋ ਟਰੱਕਰਸ ਦੇ ਨਾਲ ਜੁੜੀ ਹੋਈ ਹੈ। ਕੈਨੇਡਾ ਸਰਕਾਰ ਵੱਲੋਂ ਜਿਹੜੇ ਟਰੱਕਰ ਸੀ ਉਹਨਾਂ ਵਾਸਤੇ ਵੈਕਸੀਨੇਸ਼ਨ ਲਾਜ਼ਮੀ ਕੀਤੀ ਗਈ। ਵਿਰੋਧ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ, ਪਰ ਹੁਣ ਜੋ ਬਾਰਡਰ ਜਿੱਥੇ ਬੰਦ ਕੀਤਾ ਜਾ ਰਿਹਾ ਹੈ, ਇੱਥੇ ਕੀ ਹਾਲਾਤ ਬਣੇ ਹੋਏ ਨੇ, ਇੱਥੋਂ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ? ਜੀ ਬਿਲਕੁਲ ਜੀ, ਹਾਲਾਤ ਇਸ ਵਕਤ ਉਹੀ ਨੇ ਕਿਉਂਕਿ ਜਿਹੜੇ ਟਰੱਕਰਸ ਨੇ ਖਾਸ ਕਰਕੇ ਆਟਵਾ ਦੇ ਵਿੱਚ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਕਹਿੰਦੇ ਜਦ ਤੱਕ ਜਾਂ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਜਾਂ ਪ੍ਰਧਾਨ ਮੰਤਰੀ ਸਾਨੂੰ ਨਹੀਂ ਮਿਲਦੇ ਜਾਂ ਫਿਰ ਕਹਿੰਦੇ ਵੀ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੀ ਸਰਕਾਰ, ਕਹਿੰਦੇ ਉਦੋਂ ਤੱਕ ਅਸੀਂ ਜਿਹੜਾ ਇੱਥੋਂ ਨਹੀਂ ਹਿੱਲਾਂਗੇ। ਔਰ ਹਾਲਾਂਕਿ ਹੁਣ ਤੱਕ ਸ਼ਾਂਤਮਈ ਆ, ਪਰ ਕੁਝ ਘਟਨਾਵਾਂ ਇਹਦੇ ਵਿੱਚ ਇਸ ਤਰੀਕੇ ਦੀਆਂ ਹੋਈਆਂ ਜਿਹਦੀ ਕਾਫੀ ਆਲੋਚਨਾ ਵੀ ਹੋ ਰਹੀ ਆ, ਸਰਕਾਰ ਵੱਲੋਂ ਆਲੋਚਨਾ ਹੋ ਰਹੀ ਆ। ਜਿਹ 'ਚ ਜਿਹੜੀਆਂ ਕੁਝ ਘਟਨਾਵਾਂ ਸ਼ਨੀਵਾਰ ਨੂੰ ਹੋਈਆਂ ਸੀ, ਜਿਹ 'ਚ ਇੱਕ ਜਿਹੜਾ ਵਿਅਕਤੀ ਸੀ ਉਹ ਜਿਹੜਾ ਵਾਰ ਮੈਮੋਰੀਅਲ ਆ ਆਟਵਾ ਦੇ ਵਿੱਚ ਜਿਹੜੇ ਫੌਜੀ ਸ਼ਹੀਦ ਹੋਏ ਨੇ ਉੱਥੇ ਉੱਤੇ ਚੜ੍ਹ ਕੇ ਉਹ ਕੁਛ ਨੱਚ ਰਹੇ ਸੀਗੇ, ਉਹਦੀ ਜਿਹੜੀ ਉੱਥੇ ਬੇਪੱਤੀ ਕੀਤੀ ਗਈ ਹੈ, ਉਹਦੀ ਪੂਰੇ ਕੈਨੇਡਾ ਭਰ ਤੋਂ ਜਿਹੜੀ ਆਲੋਚਨਾ ਹੋਈ। ਫਿਰ ਜਿਹੜੇ ਕੈਨੇਡਾ ਦੇ ਇੱਕ ਹੀਰੋ ਨੇ ਟੈਰੀ ਫੌਕਸ, ਜਿਨ੍ਹਾਂ ਦਾ ਬੁੱਤ ਉੱਥੇ ਲੱਗਾ ਹੋਇਆ ਸੀ, ਜਿਨ੍ਹਾਂ ਨੇ ਕੈਂਸਰ ਦੇ ਲਈ ਜਿਹੜੀ ਸੀ ਪੂਰੇ ਕੈਨੇਡਾ 'ਚ 1980 'ਚ ਦੌੜ ਲਾਈ ਸੀ, ਈਸਟ ਕੋਸਟ ਤੋਂ ਵੈਸਟ ਤੱਕ ਜਿਹੜੇ ਉਹ ਕ੍ਰਾਸ ਕੈਨੇਡਾ ਉਹ ਦੌੜੇ ਸੀਗੇ ਔਰ ਇੱਕ ਲੱਤ ਤੇ ਦੌੜੇ ਸੀ ਕਿਉਂਕਿ ਇੱਕ ਲੱਤ ਨਕਲੀ ਸੀ ਉਹਨਾਂ ਦੀ। ਸੋ ਉਹਨਾਂ ਦੀ ਜਿਹੜੇ ਬੁੱਤ ਦੇ ਉੱਤੇ ਟੋਪੀ ਪਹਿਨਾਈ ਗਈ, ਉਹਨਾਂ ਦੇ ਹੱਥ 'ਚ ਪੁੱਠਾ ਕੈਨੇਡਾ ਦਾ ਝੰਡਾ ਫੜਾਇਆ ਗਿਆ ਔਰ ਉਹਦੇ ਨਾਲ ਨਾਲ ਜਿਹੜਾ ਵਾ ਉਹਨਾਂ ਹੱਥ 'ਚੋਂ ਪੋਸਟਰ ਵੀ ਫੜਾ ਦਿੱਤੇ ਗਏ। ਉਹਨੂੰ ਲੈ ਕੇ ਵੀ ਪੂਰੇ ਕੈਨੇਡਾ ਵਿੱਚ ਵੀ ਉਸ ਮਾਮਲੇ ਉੱਤੇ ਜਿਹੜਾ ਸੀਗਾ ਉਹ ਸਾਰਿਆਂ ਨੇ ਆਲੋਚਨਾ ਕੀਤੀ। ਔਰ ਹਾਲਾਂਕਿ ਸਾਰਾ ਕੁਝ ਸ਼ਾਂਤਮਈ ਹੈ, ਸ਼ਾਂਤਮਈ ਰਿਹਾ, ਪਰ ਕੁਝ ਕੁ ਜਿਹੜੇ ਕੱਲ ਇੰਸੀਡੈਂਟ ਹੋਏ ਉਹ 'ਚ ਕੁਝ ਪੁਲਿਸ ਦਾ ਆਟਵਾ ਪੁਲਿਸ ਦਾ ਦਾਅਵਾ ਆ ਕਿ ਕੁਝ ਇੰਸੀਡੈਂਟ ਰਿਪੋਰਟ ਹੋਏ ਆ ਜਿਹਦੇ ਵਿੱਚ ਕੁਝ ਅਬਿਊਜ਼ ਕੀਤਾ ਗਿਆ ਕੁਝ ਲੋਕਾਂ ਨੂੰ, ਕੁਝ ਥ੍ਰੈਟ ਦੀਆਂ ਵੀ ਜਿਹੜੀਆਂ ਉਹ ਰਿਪੋਰਟਾਂ ਹੋਈਆਂ ਨੇ, ਕੁਝ ਹੋਰ ਜਿਹੜੇ ਆ ਕੁਝ ਮਾਲ 'ਚ ਕੱਲ ਕੁਝ ਲੋਕ ਵੜ ਗਏ ਸੀਗੇ ਔਰ ਕੁਝ ਹੋਰ ਥੋੜ੍ਹਾ ਬਹੁਤਾ ਉੱਥੇ ਉਹਨਾਂ ਨੇ ਪਾਰਟੀ ਵਗੈਰਾ ਸਟਰੀਟਾਂ 'ਤੇ ਜਾਂ ਕਿਸ ਤਰੀਕੇ ਜਿਹੜੀ ਥੋੜ੍ਹੀ ਬਹੁਤੀ ਹੁੱਲੜਬਾਜ਼ੀ ਕੁਝ ਲੋਕਾਂ ਨੇ ਕੀਤੀ ਆ। ਸੋ ਉਹਦੇ ਉੱਤੇ ਲੈ ਕੇ ਜਿਹੜਾ ਵਾ ਲਗਾਤਾਰ ਇਸ ਵਕਤ ਸਵਾਲ ਚੁੱਕੇ ਜਾ ਰਹੇ ਨੇ। ਪਰ ਆਟਵਾ ਦੀ ਜੇਕਰ ਅਸੀਂ ਇਕੱਲੇ ਦੀ ਇਸ ਵਕਤ ਗੱਲ ਕਰੀਏ ਤਾਂ ਇਸ ਵਕਤ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਦੇ ਟਰੱਕਰ ਨੇ। ਸਿਰਫ ਟਰੱਕਰ ਨਹੀਂ, ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਵੈਕਸੀਨ ਦੇ ਵਿਰੋਧੀ ਨੇ ਉਹ ਉੱਥੇ ਇਕੱਠੇ ਹੋਏ ਹੋਏ ਨੇ ਤੇ ਪਾਰਲੀਮੈਂਟ ਉਹਨਾਂ ਦੀ ਇਸ ਵਕਤ ਘੇਰੀ ਹੋਈ ਹੈ। ਜੀ ਮਨਦੀਪ ਜੀ, ਹੁਣ ਜਿਸ ਤਰ੍ਹਾਂ ਇੱਥੇ ਹਾਲਾਤ ਬਣੇ ਹੋਏ ਨੇ, ਜਿਸ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕੀ ਰਿਐਕਸ਼ਨ ਆਇਆ? ਤੇ ਇੱਕ ਹੋਰ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਜਿਸ ਤਰ੍ਹਾਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਉਹਨਾਂ ਨੂੰ ਮਿਲਣ, ਤੇ ਕੀ ਜਸਟਿਨ ਟਰੂਡੋ ਇਹਨਾਂ ਨੂੰ ਮਿਲਣਗੇ ਜੋ ਇਸ ਸਮੇਂ ਪ੍ਰੋਟੈਸਟ ਕਰ ਰਹੇ ਨੇ? ਬਿਲਕੁਲ ਜੀ, ਜੇਕਰ ਅਸੀਂ ਪ੍ਰਧਾਨ ਮੰਤਰੀ ਸਰਕਾਰ ਦੀ ਗੱਲ ਕਰੀਏ ਤਾਂ ਲਗਾਤਾਰ ਜਿਹੜੀ ਆ ਉਹ ਸਰਕਾਰ ਵੱਲੋਂ ਸਖਤ ਰਵੱਈਆ ਦਿਖਾਇਆ ਜਾ ਰਿਹਾ ਕਿਉਂਕਿ ਸਰਕਾਰ ਜਿਹੜੀ ਉਹ ਲਗਾਤਾਰ ਇਸ ਮਾਮਲੇ ਤੇ ਕਹਿ ਰਹੀ ਹੈ ਕਿ ਸਾਇੰਸ ਕਲੀਅਰ ਹੈ ਕਿ ਵੈਕਸੀਨ ਜਿਹੜੀ ਆ ਵੈਕਸੀਨ ਤੋਂ ਬਿਨਾਂ ਜਿਹੜੀ ਉਹ ਖਤਮ ਨਹੀਂ ਹੋਣੀ। ਔਰ ਜਿੱਥੋਂ ਗੱਲ ਰਹੀ ਪ੍ਰਧਾਨ ਮੰਤਰੀ ਦੇ ਮਿਲਣ ਦੀ, ਪ੍ਰਧਾਨ ਮੰਤਰੀ ਨੇ ਕੋਰਾ ਜਵਾਬ ਦਿੱਤਾ। ਹਾਲਾਂਕਿ ਪਹਿਲਾਂ ਇਹ ਵੀ ਦੱਸ ਦਈਏ ਕਿ ਜਸਟਿਨ ਟਰੂਡੋ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਕੋਵਿਡ ਪੋਜ਼ਿਟਿਵ ਆਏ ਨੇ, ਉਹਨਾਂ ਦੇ ਇੱਕ ਬੱਚੇ ਨੂੰ ਵੀ ਕੋਵਿਡ ਆ ਔਰ ਕਿਉਂਕਿ ਪਹਿਲਾਂ ਖਬਰ ਸ਼ਨੀਵਾਰ ਨੂੰ ਉਹਨਾਂ ਨੇ ਸਾਂਝੀ ਕੀਤੀ ਸੀ ਕਿ ਉਹਨਾਂ ਦੀ ਉਸ ਦਿਨ ਤਾਂ ਰਿਪੋਰਟ ਨੈਗੇਟਿਵ ਸੀਗੀ, ਪਰ ਕਹਿੰਦੇ ਵੀ ਮੈਂ ਕਿਸੇ ਸੰਪਰਕ ਵਿੱਚ ਆ ਗਿਆ ਸੀ, ਇਸ ਕਰਕੇ ਉਹ ਆਈਸੋਲੇਟ ਕਰ ਰਹੇ ਨੇ, ਵਰਕ ਫਰੋਮ ਹੋਮ ਕਰਨਗੇ। ਫਿਰ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਸੀ ਜਦੋਂ ਘੇਰਾ ਪਾ ਲਿਆ ਪ੍ਰਦਰਸ਼ਨਕਾਰੀਆਂ ਨੇ ਤਾਂ ਕਿਤੇ ਹੋਰ ਅਣਦੱਸੀ ਥਾਂ ਤੇ ਲੈ ਗਏ। ਸੋ ਅੱਜ ਮੀਡੀਆ ਸਾਹਮਣੇ ਆਏ, ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਵੀ ਉਹ ਕੋਵਿਡ ਪੋਜ਼ਿਟਿਵ ਨੇ, ਉਹਨਾਂ ਦੇ ਇੱਕ ਬੱਚੇ ਨੂੰ ਵੀ ਕੋਵਿਡ ਪੋਜ਼ਿਟਿਵ ਆ। ਪਰ ਜਦ ਤੱਕ ਉਹਨਾਂ ਦੀ ਗੱਲ ਰਹੀ ਮਿਲਣ ਦੀ, ਸੋ ਉਹਨਾਂ ਨੇ ਮਿਲਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਹੈ। ਉਹ ਕਹਿੰਦੇ ਵੀ ਹਰ ਕਿਸੇ ਨੂੰ ਡੈਮੋਕ੍ਰੇਸੀ ਵਿੱਚ ਜਿਹੜਾ ਉਹ ਪ੍ਰਦਰਸ਼ਨ ਕਰਨ ਦਾ ਹੱਕ ਹੈਗਾ ਆ, ਪਰ ਕਹਿੰਦੇ ਵੀ ਪ੍ਰਦਰਸ਼ਨ ਕਰਨ ਦਾ ਹੱਕ ਇਸ ਤਰੀਕੇ ਦਾ ਨਹੀਂਗਾ ਕਿ ਤੁਸੀਂ ਜਿਹੜੇ ਆਪਣੇ ਫੈਲੋ ਸਿਟੀਜ਼ਨ ਆ, ਜਿਹੜੇ ਹੋਰ ਲੋਕ ਆ, ਤੁਸੀਂ ਉਹਨਾਂ ਨੂੰ ਅਬਿਊਜ਼ ਕਰੋ, ਧਮਕੀਆਂ ਦੇਵੋ ਜਾਂ ਤੁਸੀਂ ਲੋਕਾਂ ਦੀ ਸੁਰੱਖਿਆ ਨਾਲ ਖੇਡੋ ਜਾਂ ਤੁਸੀਂ ਜਿਹੜੇ ਹੀਰੋ ਨੇ ਦੇਸ਼ ਦੇ ਉਹਨਾਂ ਨੂੰ ਤੁਸੀਂ ਜਿਹੜੀਆਂ ਉਹਨਾਂ ਦੀਆਂ ਯਾਦਗਾਰਾਂ ਨੇ ਉਹਨਾਂ ਨਾਲ ਛੇੜਛਾੜ ਕਰੋ। ਸੋ ਇਸ ਤਰੀਕੇ ਦੇ ਉਹਨਾਂ ਨੇ ਕਿਹਾ ਔਰ ਉਹਨਾਂ ਨੇ ਇੱਥੋਂ ਤੱਕ ਜਿਹੜੇ ਵਿਰੋਧੀ ਧਿਰ ਆ ਕੰਜ਼ਰਵੇਟਿਵ, ਕਈ ਐਮਪੀ ਜਿਹੜੇ ਖੁੱਲ੍ਹ ਕੇ ਸਮਰਥਨ ਕਰ ਰਹੇ ਨੇ ਇਸ ਕਨਵੇ ਦਾ, ਇਸ ਰੈਲੀ ਦਾ ਜਾਂ ਇਸ ਪ੍ਰਦਰਸ਼ਨ ਦਾ, ਉਹਨਾਂ ਤੇ ਵੀ ਨਾਰਾਜ਼ਗੀ ਜਤਾਈ ਕਿ ਉਹ ਕਿਸ ਪਾਸੇ ਨੂੰ ਜਿਹੜਾ ਵਾ ਇਹ ਸਾਰਾ ਕੁਝ ਲੈ ਕੇ ਜਾ ਰਹੇ ਨੇ ਔਰ ਕਹਿੰਦੇ ਵੈਕਸੀਨ ਜ਼ਰੂਰੀ ਹੈ ਔਰ ਇਸ ਤੋਂ ਸਰਕਾਰ ਪਿੱਛੇ ਜਿਹੜੀ ਉਹ ਨਹੀਂ ਹਟ ਸਕਦੀ। ਜੀ ਮਨਦੀਪ ਜੀ, ਹੁਣ ਕੈਨੇਡਾ ਵਿੱਚ ਜਿਹੜੇ ਟਰੱਕਰਸ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨੂੰ ਇੱਥੋਂ ਤਾਂ ਸਪੋਰਟ ਮਿਲ ਰਹੀ ਹੈ, ਪਰ ਗੁਆਂਢੀ ਮੁਲਕ ਤੋਂ ਵੀ ਸਪੋਰਟ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਇਸ ਸੰਬੰਧੀ ਹੁਣ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਉਹਨਾਂ ਦਾ ਬਿਆਨ ਸਾਹਮਣੇ ਹੈ, ਉਹਨਾਂ ਵੱਲੋਂ ਇਸ ਬਾਰੇ ਕੀ ਕਿਹਾ ਗਿਆ ਹੈ? ਜੀ, ਸੋ ਟਰੰਪ ਹੁਣ ਜਿਹੜੇ ਤਿਆਰੀ ਕਰ ਰਹੇ ਨੇ 2024 ਵਿੱਚ ਵਾਪਸ ਉਹ ਸਿਆਸਤ ਦੇ ਵਿੱਚ ਆਉਣ ਦੀ, ਲੱਗਦਾ ਕਿ ਉਹ ਵਾਪਸ ਜਿਹੜੀਆਂ ਅਗਲੀਆਂ ਚੋਣਾਂ ਹੋਣਗੀਆਂ ਉਹ ਲੜਨ ਦੀ ਤਿਆਰੀ ਕਰ ਰਹੇ ਨੇ। ਤੇ ਕੱਲ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ
ਔਰ ਕਿਉਂਕਿ ਅਸੀਂ ਇੱਧਰ ਪ੍ਰੋਟੈਸਟ ਵਿੱਚ ਵੀ ਦੇਖਿਆ ਜਿੱਥੇ ਹੋਰ ਬਹੁਤ ਸਾਰੇ ਫਲੈਗ ਸੀਗੇ ਉਹਨਾਂ ਉੱਤੇ ਜਸਟਿਨ ਟਰੂਡੋ ਨੇ ਵੀ ਸਵਾਲ ਚੁੱਕੇ, ਜਿਹਦੇ ਵਿੱਚ ਕੁਝ ਇਹੋ ਜਿਹੇ ਵੀ ਫਲੈਗ ਸੀਗੇ ਜਿਹਦੇ ਵਿੱਚ ਕੁਝ ਨਸਲੀ ਨਫ਼ਰਤ ਜਿਹੜੀ ਆ ਜਿਨ੍ਹਾਂ ਝੰਡਿਆਂ 'ਚੋਂ ਝਲਕਦੀ ਹੈ ਉਸ ਤਰੀਕਿਆਂ ਦੀ ਸਾਰੇ ਪਾਸੋਂ ਨਿੰਦਾ ਹੋਈ ਆ। ਔਰ ਕੁਝ ਟਰੰਪ ਦੇ ਸਪੋਰਟਰ ਵੀ ਸਾਨੂੰ ਉੱਥੋਂ ਦੇਖਣ ਨੂੰ ਮਿਲੇ, ਸੋ ਟਰੰਪ ਤੱਕ ਵੀ ਲੱਗਦਾ ਇਹ ਖਬਰ ਪਹੁੰਚ ਗਈ ਕਿ ਉੱਥੇ ਜਿਹੜੀ ਓਟਵਾ 'ਚ ਪ੍ਰਦਰਸ਼ਨ ਹੋ ਰਿਹਾ ਉਹ 'ਚ ਕੁਝ ਉਹਨਾਂ ਦੇ ਸਮਰਥਕ ਵੀ ਨੇ। ਤੇ ਉਧਰੋਂ ਟਰੰਪ ਨੇ ਵੀ ਕੱਲ ਉਸ ਰੈਲੀ 'ਚ ਕਿਹਾ ਵੀ ਕਹਿੰਦੇ ਵੀ ਜਿਹੜੇ ਉੱਥੇ ਟਰੱਕਰ ਨੇ ਓਟਵਾ ਦੇ ਵਿੱਚ ਇਸ ਵਕਤ ਕਹਿੰਦੇ ਕੈਨੇਡਾ ਦੇ ਵਿੱਚ, ਕਹਿੰਦੇ ਵੀ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਉਹਨਾਂ ਦੇ ਜਿਹੜਾ ਨਾਲ ਆ। ਸੋ ਅਮਰੀਕਾ ਵਾਲੇ ਪਾਸਿਓਂ ਟਰੰਪ ਜਿਹੜੇ ਹਾਲਾਂਕਿ ਇਸ ਵਕਤ ਬਿਲਕੁਲ ਸਿਆਸਤ ਦੇ ਹਾਸ਼ੀਏ ਤੇ ਨੇ, ਬਾਹਰ ਨੇ, ਲੋਕਾਂ ਨੇ ਉਹਨਾਂ ਨੂੰ ਹਰਾ ਕੇ ਬਾਹਰ ਕੀਤਾ ਹੋਇਆ, ਉਹ ਵੀ ਉੱਥੋਂ ਜਿਹੜੀ ਆ ਟਰੱਕਰਸ ਦੀ ਜਿਹੜਾ ਸਮਰਥਨ ਹੈ ਉਹ ਕਰ ਰਹੇ ਨੇ। ਜੀ ਮਨਦੀਪ ਜੀ, ਕੈਨੇਡਾ ਵਿੱਚ ਹੁਣ ਇਸ ਚੀਜ਼ ਨੂੰ ਲੈ ਕੇ ਸਿਆਸਤ ਕਿਸ ਤਰ੍ਹਾਂ ਗਰਮਾਈ ਹੋਈ ਹੈ? ਲੀਡਰਸ ਇਸ ਬਾਰੇ ਕੀ ਬਿਆਨ ਦੇ ਰਹੇ ਨੇ? ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਅੱਜ ਕਿਹਾ ਗਿਆ ਉਹ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾਈ, ਉੱਤੇ ਤੁਸੀਂ ਜ਼ਿਕਰ ਕਰ ਦਿੱਤਾ, ਪਰ ਬਾਕੀ ਜਿਹੜੇ ਸਿਆਸੀ ਲੀਡਰ ਨੇ ਇਸ ਨੂੰ ਲੈ ਕੇ ਕੀ ਕਹਿ ਰਹੇ ਨੇ? ਜੀ ਬਿਲਕੁਲ ਜੀ, ਇਸ ਵਕਤ ਹਾਲਾਤ ਜਿਹੜੇ ਕੁਝ ਇਸ ਤਰੀਕੇ ਦੇ ਬਣੇ ਹੋਏ ਨੇ ਸ਼ਾਇਦ ਕੈਨੇਡਾ 'ਚ ਨਹੀਂ ਬਣੇ ਪਹਿਲਾਂ ਕਦੇ, ਕਿਉਂਕਿ ਇੰਨੀ ਵੱਡੀ ਪੱਧਰ ਤੇ ਲੋਕਾਂ ਨੇ ਪਾਰਲੀਮੈਂਟ ਘੇਰੀ ਹੋਈ ਹੈ। ਓਟਵਾ ਦੇ ਵਿੱਚ, ਡਾਊਨਟਾਊਨ ਦੇ ਵਿੱਚ ਬਹੁਤ ਸਾਰੇ ਬਿਜ਼ਨਸ ਇਸ ਵਕਤ ਬੰਦ ਨੇ, ਪਰ ਅੱਜ ਤੋਂ ਪਾਰਲੀਮੈਂਟ ਵੀ ਜਿਹੜੀ ਉਹ ਸ਼ੁਰੂ ਹੋਈ ਆ, ਪਾਰਲੀਮੈਂਟ ਦੇ ਅੰਦਰ ਕਾਰਵਾਈ ਚੱਲ ਰਹੀ ਆ ਔਰ ਇਸੇ ਮੁੱਦੇ ਨੂੰ ਲੈ ਕੇ ਲਗਾਤਾਰ ਜਿਹੜੀ ਉਹ ਇਸ ਉੱਤੇ ਅੱਜ ਗੱਲਬਾਤ ਹੋਈ ਆ। ਔਰ ਐਰਨ ਅਟੂਲ ਜਿਹੜੇ ਸ਼ੁੱਕਰਵਾਰ ਨੂੰ ਕੁਝ ਕੁ ਪ੍ਰਦਰਸ਼ਨਕਾਰੀਆਂ ਨੂੰ ਮਿਲੇ ਵੀ ਉੱਥੇ ਪਾਰਲੀਮੈਂਟ ਦੇ ਨੇੜੇ, ਤਾਂ ਹਾਲਾਂਕਿ ਨਹੀਂ ਮਿਲੇ ਪਰ ਕੁਝ ਲੋਕਾਂ ਨੂੰ ਮਿਲੇ ਵੀ ਸੀਗੇ। ਬਹੁਤ ਸਾਰੇ ਕੰਜ਼ਰਵੇਟਿਵ ਦੇ MP ਜਿਹੜੇ ਆ ਉਹ ਵੀ ਇਸ ਪ੍ਰਦਰਸ਼ਨ ਦੀ ਜਿਹੜੀ ਆ ਹਮਾਇਤ ਕਰ ਰਹੇ ਨੇ। ਔਰ ਇਹਦੇ ਨਾਲ ਜਿਹੜੇ ਪੀਪਲਸ ਪਾਰਟੀ ਆਫ ਕੈਨੇਡਾ ਦੇ ਜਿਹੜੇ ਲੀਡਰ ਨੇ ਮੈਕਸਿਮ ਬਰਨੀਅਰ, ਉਹ ਜਿਹੜੇ ਆ ਉਹ ਵੀ ਇਸ ਪ੍ਰਦਰਸ਼ਨ ਦੇ ਵਿੱਚ ਦਿਖਾਈ ਦਿੱਤੇ। ਹਾਲਾਂਕਿ ਉਹ ਪਹਿਲਾਂ ਵੀ ਜਿਹੜੇ ਇਹ ਸਾਰੀਆਂ ਪਾਬੰਦੀਆਂ ਜਿਹੜੀਆਂ ਨੇ, ਜਿਹੜੀਆਂ ਹਦਾਇਤਾਂ ਨੇ ਜਿਹੜੇ ਹੈਲਥ ਅਫੀਸ਼ੀਅਲਸ ਦੀਆਂ, ਉਹ ਪਹਿਲਾਂ ਵੀ ਇਹਨਾਂ ਦਾ ਵਿਰੋਧ ਕਰਦੇ ਰਹੇ। ਇੱਕ ਵਾਰੀ ਉਹਨਾਂ ਦੀ ਇਸ ਮੁੱਦੇ 'ਤੇ ਪਹਿਲਾਂ ਗ੍ਰਿਫਤਾਰੀ ਵੀ ਹੋ ਚੁੱਕੀ ਆ। ਸੋ ਉਹ ਵੀ ਕੱਲ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਵਿੱਚ ਦਿਖਾਈ ਦਿੱਤੇ ਔਰ ਪੂਰਾ ਸਮਰਥਨ ਉਹਨਾਂ ਨੇ ਆਪਣਾ ਦਿਖਾਇਆ। ਸੋ ਇਹ ਸਭ ਦੇ ਵਿੱਚ ਹੁਣ ਜਦੋਂ ਅੱਜ ਅੰਦਰ ਪਾਰਲੀਮੈਂਟ ਚੱਲ ਰਹੀ ਸੀ ਤਾਂ ਸਰਕਾਰ ਨੂੰ ਇਸ ਮੁੱਦੇ ਉੱਤੇ ਘੇਰਿਆ ਗਿਆ। ਜਸਟਿਨ ਟਰੂਡੋ ਜਿਹੜੇ ਕੋਵਿਡ ਪੋਜ਼ਿਟਿਵ ਨੇ, ਉਹ ਅੱਜ ਖੁਦ ਤਾਂ ਨਹੀਂ ਉਹ ਪਾਰਲੀਮੈਂਟ ਵਿੱਚ ਆ ਸਕੇ, ਪਰ ਆਨਲਾਈਨ ਜਿਹੜੇ ਉਹ ਜੁੜੇ ਹੋਏ ਸੀ ਤੇ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਸੀ। ਔਰ ਐਰਨ ਅਟੂਲ ਨੇ ਇਹ ਦੋਸ਼ ਲਾਏ ਉੱਥੇ। ਹਾਲਾਂਕਿ ਐਰਨ ਅਟੂਲ ਨੇ, ਅਸੀਂ ਜਿਵੇਂ ਪਹਿਲਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਮਿਲੇ ਸੀ, ਪਰ ਇਸ ਦੇ ਨਾਲ ਉਹਨਾਂ ਨੇ ਟਵਿੱਟਰ ਉੱਤੇ ਜੋ ਉੱਥੇ ਗਲਤ ਕਾਰਵਾਈਆਂ ਹੋਈਆਂ, ਜਿਹਦੇ ਵਿੱਚ ਵਾਰ ਮੈਮੋਰੀਅਲ ਦਾ ਆਪਾਂ ਜ਼ਿਕਰ ਕੀਤਾ, ਉੱਥੇ ਜਿਹੜਾ ਸੀ ਇੱਕ ਪ੍ਰਦਰਸ਼ਨਕਾਰੀ ਉਸ ਮੈਮੋਰੀਅਲ ਦੇ ਉੱਤੇ ਚੜ੍ਹ ਕੇ ਨੱਚਿਆ, ਉਹਦੇ ਅੰਦਰ ਗੱਡੀਆਂ ਪਾਰਕਿੰਗ ਲਾਈਆਂ ਹੋਈਆਂ ਸੀ, ਫਿਰ ਟੈਰੀ ਫੋਕਸ ਦੇ ਬੁੱਤਾਂ ਜੋ ਕੀਤਾ ਗਿਆ, ਉਹ ਸਭ ਦੀ ਉਹਨਾਂ ਨੇ ਟਵੀਟ ਕਰਕੇ ਜਿਹੜੀ ਸੀ ਉਹ ਕਾਫੀ ਨਿੰਦਾ ਕੀਤੀ, ਨਿਖੇਧੀ ਕੀਤੀ। ਪਰ ਅੱਜ ਉਹਨਾਂ ਨੇ ਮਸਲਾ ਪਾਰਲੀਮੈਂਟ 'ਚ ਚੁਕਾਇਆ, ਕਹਿੰਦੇ ਵੀ ਸਰਕਾਰ ਔਰ ਖਾਸ ਕਰਕੇ ਜਸਟਿਨ ਟਰੂਡੋ ਤੇ ਨਿਸ਼ਾਨਾ ਬਿੰਨਿਆ ਕਿ ਉਹ ਜ਼ਿੰਮੇਵਾਰ ਨੇ ਕਿ ਜੋ ਸਾਰਾ ਕੁਝ ਸੀਗਾ ਇਹਨੂੰ ਇਸ ਪੱਧਰ ਤੱਕ ਉਹ ਲੈ ਕਿ ਲੋਕ ਇਸ ਹੱਦ ਤੱਕ ਪਹੁੰਚ ਗਏ ਕਿ ਅੱਜ ਉਹਨਾਂ ਨੇ ਪਾਰਲੀਮੈਂਟ ਘੇਰੀ ਹੋਈ ਆ। ਸੋ ਇਸ ਮੁੱਦੇ ਉੱਤੇ ਜਸਟਿਨ ਟਰੂਡੋ ਨੇ ਵੀ ਸਵਾਲ ਦਿੱਤੇ, ਕਹਿੰਦੇ ਵੀ ਸਾਇੰਸ ਕਲੀਅਰ ਆ ਵੀ ਵੈਕਸੀਨ ਕੰਮ ਕਰਦੀ ਹੈ ਤੇ ਵੈਕਸੀਨ ਤੋਂ ਬਿਨਾਂ ਅਸੀਂ ਇਸ ਪੈਂਡੇਮਿਕ ਨੂੰ ਜਿਹੜਾ ਖਤਮ ਨਹੀਂ ਕਰ ਸਕਦੇ। ਸੋ ਕੁੱਲ ਮਿਲਾ ਕੇ ਜੇਕਰ ਅਸੀਂ ਕਹੀਏ ਤਾਂ NDP ਜਿਹੜੀ ਇਸ ਵਕਤ ਔਰ ਲਿਬਰਲ ਪਾਰਟੀ ਉਹ ਇੱਕ ਪਾਸੇ ਨਜ਼ਰ ਆ ਰਹੀ ਆ, ਔਰ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਕੰਜ਼ਰਵੇਟਿਵ ਤੇ PPC ਇੱਕ ਪਾਸੇ ਨਜ਼ਰ ਆ ਰਹੇ ਨੇ। ਹਾਲਾਂਕਿ ਸਾਰੇ ਕੰਜ਼ਰਵੇਟਿਵ ਦੇ ਜਿਹੜੇ MP ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਸਮਰਥਨ ਕਰਦੇ ਨੇ, ਪਰ ਕੁਝ ਕੁ ਨੇ ਖੁੱਲ੍ਹ ਕੇ ਸਮਰਥਨ ਕੀਤਾ ਹੈ। ਐਰਨ ਅਟੂਲ ਵੀ ਵਿੱਚ ਸਮਰਥਨ ਕਰਦੇ ਨੇ, ਵਿੱਚ ਜੋ ਗਲਤ ਹੁੰਦਾ ਉਹਦੀ ਨਿਖੇਧੀ ਵੀ ਕਰਦੇ ਨੇ। ਸੋ ਕੁੱਲ ਮਿਲਾ ਕੇ ਸਿਆਸਤ ਇਸ ਵਕਤ ਬਹੁਤ ਭਖੀ ਹੋਈ ਆ ਇਸ ਪੂਰੇ ਮੁੱਦੇ ਨੂੰ ਲੈ ਕੇ, ਔਰ ਲੱਗਦਾ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਇਹ ਇਸੇ ਤਰ੍ਹਾਂ ਭਖੀ ਰਹੇਗੀ, ਕਿਉਂਕਿ ਜਿਹੜੇ ਪ੍ਰਦਰਸ਼ਨਕਾਰੀ ਆ ਉਹ ਕਹਿੰਦੇ ਵੀ ਅਸੀਂ ਇੱਥੋਂ ਨਹੀਂ ਜਾਣਾ। ਉਹਨਾਂ ਦੇ ਹੱਕ 'ਚ ਬਹੁਤ ਵੱਡੀ ਪੱਧਰ 'ਚ ਪੈਸਾ ਵੀ ਇਕੱਠਾ ਹੋ ਰਿਹਾ। ਹੁਣ ਤੱਕ ਜੇਕਰ ਅਸੀਂ ਗੱਲ ਕਰੀਏ 1,15,000 ਤੋਂ ਵੱਧ ਲੋਕ ਉਹਨਾਂ ਨੂੰ ਡੋਨੇਸ਼ਨ ਕਰ ਚੁੱਕੇ ਨੇ GoFundMe ਤੇ, ਔਰ $9.2 ਮਿਲੀਅਨ ਭਾਵ ਕਿ 92 ਲੱਖ ਤੋਂ ਵੱਧ ਡਾਲਰ ਇਸ ਵਕਤ ਉਹਨਾਂ ਨੂੰ ਡੋਨੇਸ਼ਨ 'ਚ ਮਿਲ ਚੁੱਕਿਆ ਵਾ। ਸੋ ਕੁੱਲ ਮਿਲਾ ਕੇ ਅਸੀਂ ਕਹੀਏ ਤਾਂ ਇਹ ਹੁਣ ਐਂ ਲੱਗਦਾ ਕਿ ਪੱਕਾ ਮੋਰਚਾ ਉੱਥੇ ਗੱਡ ਕੇ ਬਹਿ ਗਏ ਨੇ ਤੇ ਇੱਥੇ ਸਿਆਸਤ ਜਿਹੜੀ ਹੈ ਲਗਾਤਾਰ ਚੱਲਦੀ ਰਹੇਗੀ। ਜੀ ਬਿਲਕੁਲ ਮਨਦੀਪ ਜੀ, ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜੋ ਕਿ ਪੰਜਾਬੀ ਗਾਇਕ ਜਿਹੜੇ ਨੇ KS ਮੱਖਣ ਉਹਨਾਂ ਦੀ ਹੈ। ਇਸ ਵੀਡੀਓ ਵਿੱਚ ਵੇਖ ਸਕਦੇ ਹਾਂ ਕਿ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ। ਵੀਡੀਓ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ, ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਇਸ ਦਾ ਅਸਲ ਸੱਚ ਕੀ ਹੈ? ਵਾਕਈ ਪੰਜਾਬੀ ਗਾਇਕ ਨੂੰ ਗ੍ਰਿਫਤਾਰ ਕੀਤਾ ਗਿਆ, ਇਸ ਦੀ ਕੀ ਸੱਚਾਈ ਸਾਹਮਣੇ ਆਈ ਹੈ? ਜੀ ਬਿਲਕੁਲ ਜੀ, ਖਾਸ ਕਰਕੇ ਅਸੀਂ ਦੇਖਿਆ ਸੀ ਕਿ ਭਾਰਤ ਤੋਂ ਇਹ ਖਬਰ ਬਹੁਤ ਜਲਦ ਨਸ਼ਰ ਹੋਈ ਵੀ ਸਰੀ ਦੇ ਵਿੱਚ ਜਿਹੜਾ ਵਾ KS ਮੱਖਣ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਰੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਪਰ ਸਰੀ ਪੁਲਿਸ ਨੇ KS ਮੱਖਣ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ
ਐਪਸਪੋਰਟ ਦੀ ਪੁਲਿਸ ਨੇ ਜਿਹੜਾ ਕੇਐਸ ਮੱਖਣ ਨੂੰ ਗ੍ਰਿਫਤਾਰ ਕੀਤਾ ਸੀਗਾ। ਔਰ ਇਹਦੇ ਪਿੱਛੇ ਕਹਾਣੀ ਇਹ ਆ ਕਿ ਜਿਹੜੀ ਸੀ ਇੱਕ ਪਾਰਕਿੰਗ ਲੋਟ ਦੇ ਵਿੱਚ ਜਿਹੜਾ ਵਾ ਇੱਕ ਕੁਝ ਸ਼ੂਟਿੰਗ ਜਿਹੜੀ ਆ ਉਹਨਾਂ ਦੀ ਫਿਲਮ, ਜਿਹੜੀ ਕਿਸੇ ਗਾਣੇ ਦੀ ਅਸੀਂ ਫਿਲਮ ਕਹਿ ਦਿੰਦੇ ਆ, ਸ਼ੂਟਿੰਗ ਨੂੰ ਇੱਥੇ ਕਿਸੇ ਹੋਰ ਸ਼ਬਦਾਂ ਵਿੱਚ ਜ਼ਿਆਦਾ ਵਰਤਿਆ ਜਾਂਦਾ ਆ। ਸੋ ਕਿਸੇ ਗਾਣੇ ਦਾ ਜੇ ਅਸੀਂ ਕਹਿ ਸਕਦੇ ਹਾਂ ਕਿ ਫਿਲਮ ਕਰ ਰਹੇ ਸੀ, ਉਹਨੂੰ ਸ਼ੂਟ ਕਰ ਰਹੇ ਸੀਗੇ, ਜੋ ਵੀ ਸ਼ਬਦ ਤੁਸੀਂ ਵਰਤਣਾ ਚਾਹੋ, ਤਾਂ ਉਸ ਦੌਰਾਨ ਕਿਸੇ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਕਿ ਬਈ ਉੱਥੇ ਕੁਝ ਲੋਕ ਨੇ ਪਾਰਕਿੰਗ ਲੋਟ ਦੇ ਵਿੱਚ, ਉਹਨਾਂ ਕੋਲ ਹਥਿਆਰ ਨੇ। ਔਰ ਕਿਉਂਕਿ ਇੱਥੇ ਅੱਜ ਕੱਲ੍ਹ ਸਮਾਂ ਇਸ ਤਰੀਕੇ ਦਾ ਚੱਲ ਰਿਹਾ, ਬਹੁਤ ਸਾਰੀਆਂ ਗੋਲੀਆਂ ਚੱਲ ਰਹੀਆਂ ਨੇ। ਬੀਤੇ ਦਿਨੀ ਇੱਥੇ ਪੰਜਾਬੀਆਂ ਦਾ ਗੜ੍ਹ ਸਰੀ ਨਿਊਟਨ ਦੇ ਵਿੱਚ 2 ਲੋਕਾਂ ਦੇ ਗੋਲੀ ਚੱਲ ਕੇ ਹਟੀ ਆ। 4 ਜਿਹੜੀਆਂ ਲਾਸ਼ਾਂ ਸੀ ਉਹ ਵੀ ਗੋਲੀ ਲੱਗੀਆਂ ਇੱਕ ਘਰ ਚੋਂ ਮਿਲੀਆਂ, ਰਿਚਮੰਡ ਚੋਂ। ਸੋ ਇਹ ਜਿਹੜੀਆਂ ਵਾਰਦਾਤਾਂ ਜਿਹੜੀਆਂ ਵਾ ਉਹ ਵਾਪਰਦੀਆਂ ਰਹਿੰਦੀਆਂ ਨੇ। ਉਹਨੂੰ ਲੋਕ ਕੇ ਜਿਹੜੇ ਆਮ ਲੋਕ ਨੇ ਉਹ ਬੜੇ ਚਤੰਨ ਰਹਿੰਦੇ ਨੇ। ਸੋ ਕਿਸੇ ਨੇ ਤੁਰੰਤ ਪੁਲਿਸ ਨੂੰ ਉੱਥੇ ਜਾਣਕਾਰੀ ਦੇ ਦਿੱਤੀ ਕਿ ਬਈ ਉੱਥੇ ਪਾਰਕਿੰਗ ਲੋਟ ਦੇ ਵਿੱਚ ਕੁਝ ਲੋਕ ਖੜੇ ਨੇ ਔਰ ਉਹਨਾਂ ਕੋਲ ਕੁਝ ਹਥਿਆਰ ਨੇ। ਔਰ ਪੁਲਿਸ ਤੁਰੰਤ ਆਈ ਔਰ ਪੁਲਿਸ ਨੇ ਹੁਣ ਤੱਕ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਵੀ ਜਿਹੜੀਆਂ ਉਹਨਾਂ ਕੋਲ 2 ਰਫਲਾਂ ਸੀਗੀਆਂ ਉਹ ਨਕਲੀ ਸੀਗੀਆਂ। ਔਰ ਪੁਲਿਸ ਨੂੰ ਸੀਗਾ ਵੀ ਵਾਕਈ ਇੱਥੇ ਕੁਝ ਫਿਲਮ ਹੋ ਰਿਹਾ ਵਾ, ਕੋਈ ਸ਼ੂਟ ਹੋ ਰਿਹਾ, ਕੋਈ ਉੱਦਾਂ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਸੀ। ਪਰ ਫਿਲਹਾਲ ਉਦੋਂ ਮੌਕੇ ਤੇ ਉਹਨਾਂ ਨੇ, ਕੱਲ੍ਹ ਦੀ ਇਹ ਗੱਲ ਆ, ਉਹਨਾਂ ਨੂੰ ਹੱਥਕੜੀਆਂ ਲਾ ਕੇ ਤੇ ਉਹ ਲੈ ਗਏ, ਪਰ ਹੁਣ ਸਭ ਨੂੰ ਛੱਡ ਦਿੱਤਾ ਗਿਆ ਵਾ। ਪਰ ਜਿਹੜੀ ਅਸਲ ਗੱਲ ਉਹ ਇਹ ਸੀ ਜਿਸ ਕਰਕੇ ਸਮੱਸਿਆ ਜ਼ਿਆਦਾ ਆਈ ਕਿ ਬਿਨਾਂ ਕਿਸੇ ਪਰਮਿਸ਼ਨ ਤੇ ਜਿਹੜੀ ਇਹ ਇੱਥੇ ਇਹ ਸ਼ੂਟ ਹੋ ਰਿਹਾ ਸੀਗਾ, ਇਹਦੀ ਜਾਣਕਾਰੀ ਨਾ ਤਾਂ ਪੁਲਿਸ ਨੂੰ ਸੀ, ਨਾ ਸਿਟੀ ਦੇ ਕਿਸੇ ਅਧਿਕਾਰੀ ਨੂੰ ਸੀਗੀ। ਕਿਉਂਕਿ ਆਮ ਤੌਰ ਤੇ ਜੋ ਕੋਈ ਇੱਦਾਂ ਦਾ ਹੁੰਦਾ ਤਾਂ ਪਰਮਿਸ਼ਨ ਜਿਹੜੀ ਉਹ ਲੈਣੀ ਪੈਂਦੀ ਆ। ਪਰ ਸਾਡੇ ਇਹ ਕੋਈ ਨਵੀਂ ਗੱਲ ਨਹੀਂ, ਬਹੁਤ ਸਾਰੇ ਹੋਰ ਵੀ ਕਈ ਵਾਰ ਕਲਾਕਾਰ ਆਉਂਦੇ ਆ, ਡਾਇਰੈਕਟਰ ਆਉਂਦੇ, ਉਹ ਇੱਦਾਂ ਹੀ ਬਿਨਾਂ ਕਿਸੇ ਮਨਜ਼ੂਰੀ ਤੇ ਸ਼ੂਟ ਜਿਹੜਾ ਉਹ ਕਰ ਲੈਂਦੇ ਆ। ਬਹੁਤੀ ਵਾਰ ਕੋਈ ਨਹੀਂ ਨੋਟਿਸ ਕਰਦਾ, ਪਰ ਇਹ ਇਸ ਕਰਕੇ ਚਰਚਾ 'ਚ ਆ ਗਈ ਗੱਲ ਕਿਉਂਕਿ ਉਹਨਾਂ ਕੋਲ ਕਿਸੇ ਨੇ ਹਥਿਆਰ ਦੇਖ ਲਿਆ। ਔਰ ਜਦੋਂ ਅਸੀਂ ਵੈਸੇ ਦੇਖਦੇ ਹਾਂ ਤਾਂ ਨਕਲੀ ਤੇ ਅਸਲੀ 'ਚ ਕੋਈ ਬਹੁਤਾ ਫਰਕ ਜਿਹੜਾ ਉਹ ਕਈ ਵਾਰ ਨਜ਼ਰ ਨਹੀਂ ਆਉਂਦਾ। ਸੋ ਜਿਹੜੀ ਉਹਨੇ ਇਹਤਿਆਤ ਲਈ ਪੁਲਿਸ ਨੂੰ ਫੋਨ ਕਰਤਾ ਤੇ ਪੁਲਿਸ ਨੇ ਅਗਲੀ ਕਾਰਵਾਈ ਕੀਤੀ। ਸੋ ਐਪਸਫੋਰਡ ਪੁਲਿਸ ਨੇ ਪੁਸ਼ਟੀ ਕਰ ਦਿੱਤੀ ਆ ਕਿ ਕੇਐਸ ਮੱਖਣ ਤੇ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਵਾ ਉਹ ਛੱਡ ਦਿੱਤਾ ਗਿਆ ਵਾ। ਫਾਈਲ ਉਹਨਾਂ ਦੇ ਕੇਸ ਦੀ ਜਿਹੜੀ ਆ ਬੰਦ ਕਰ ਦਿੱਤੀ ਗਈ ਹੈ। ਕੋਈ ਅੱਗੇ ਹੋਰ ਤੇ ਕਾਰਵਾਈ ਨਹੀਂ ਹੋਣ ਜਾ ਰਹੀ। ਪਰ ਇੰਨਾ ਜ਼ਰੂਰ ਹੈ, ਅੱਗੇ ਤੋਂ ਉਹਨਾਂ ਨੇ ਕਿਹਾ ਵੀ ਅੱਗੇ ਤੋਂ ਕੋਈ ਇਹੋ ਜਿਹਾ ਕੰਮ ਕਰਨਾ ਤਾਂ ਘੱਟੋ ਘੱਟ ਸਾਨੂੰ ਜਾਂ ਸਿਟੀ ਨੂੰ ਇਹਦੀ ਜਾਣਕਾਰੀ ਜਿਹੜੀ ਉਹ ਜ਼ਰੂਰ ਦੇ ਦਿਓ। ਜੀ ਬਿਲਕੁਲ। ਮਨਦੀਪ ਜੀ, ਹੁਣ ਵੱਖ-ਵੱਖ ਸੂਬਿਆਂ ਵੱਲੋਂ ਕੋਰੋਨਾ ਵਾਇਰਸ ਓਮਿਕਰੋਨ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਪਾਬੰਦੀਆਂ ਲਗਾਈਆਂ ਗਈਆਂ, ਪਰ ਹੁਣ ਰਾਹਤ ਜਿਹੜੀ ਹੈ ਹੌਲੀ-ਹੌਲੀ ਦਿੱਤੀ ਜਾ ਰਹੀ ਹੈ। ਓਨਟਾਰੀਓ ਦੇ ਵਿੱਚ ਵੀ ਜਿਹੜੀ ਸਖਤੀ ਕੀਤੀ ਗਈ ਸੀ ਉਸ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਓਨਟਾਰੀਓ ਤੋਂ ਇਸ ਬਾਰੇ ਕੀ ਖਬਰ ਹੈ? ਹੁਣ ਕਿਹੜੀਆਂ ਚੀਜ਼ਾਂ ਮੁੜ ਤੋਂ ਕਿਸ ਤਰ੍ਹਾਂ ਖੁੱਲਣ ਜਾ ਰਹੀਆਂ ਨੇ? ਬਿਲਕੁਲ ਜੀ। ਹਾਲਾਂਕਿ ਓਮਿਕਰੋਨ ਬਾਰੇ ਹੈਲਥ ਅਫੀਸ਼ੀਅਲਸ ਜਿਹੜੇ ਆ, ਡਾਕਟਰ ਟੈਮ ਜਿਹੜੇ, ਉਹ ਵੀ ਕਹਿ ਚੁੱਕੇ ਆ, ਕਹਿੰਦੇ ਵੀ ਜਿਹੜੀ ਪੀਕ ਸੀ ਉਹ ਅਸੀਂ ਦੇਖ ਚੁੱਕੇ ਹਾਂ, ਪੀਕ ਕੈਨੇਡਾ 'ਚ ਲੰਘ ਚੁੱਕੀ ਆ। ਔਰ ਇਸ ਸੰਬੰਧੀ ਵੱਖ-ਵੱਖ ਸੂਬਿਆਂ ਦਾ ਵੀ ਇਹੀ ਮੰਨਣਾ ਹੈ। ਇੱਥੇ BC ਜਿਹੜੇ ਹੈਲਥ ਅਫੀਸ਼ੀਅਲਸ ਆ, ਖਾਸ ਕਰਕੇ ਡਾਕਟਰ ਬੋਨੀ ਹੈਨਰੀ, ਉਹ ਵੀ ਕਹਿ ਚੁੱਕੇ ਆ। ਸੋ ਅੰਟਾਰੀਓ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਉਹ ਸਖਤੀਆਂ ਸੀਗੀਆਂ ਕਿਉਂਕਿ ਉੱਥੇ ਡਾਈਨ-ਇਨ ਵੀ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ, ਜਿਮ ਵਗੈਰਾ ਬੰਦ ਕਰ ਦਿੱਤੇ ਗਏ ਸੀ। ਹੁਣ ਉਹਨਾਂ ਨੇ ਫਿਰ ਇੱਕ ਰੀਓਪਨਿੰਗ ਪਲਾਨ ਜਿਹੜਾ ਵਾ ਅੰਟਾਰੀਓ ਸਰਕਾਰ ਨੇ ਦਿੱਤਾ ਸੀਗਾ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ 31 ਜਨਵਰੀ ਨੂੰ ਜਿਹੜਾ ਪਹਿਲਾ ਪੜਾਅ ਉਹ ਸ਼ੁਰੂ ਹੋਵੇਗਾ ਰੀਓਪਨਿੰਗ ਦਾ। ਜਿਹ 'ਚ ਜਿਵੇਂ ਰੈਸਟੋਰੈਂਟਸ ਆ ਉਹਨਾਂ ਦੇ ਵਿੱਚ ਹਾਲਾਂਕਿ ਡਾਈਨਿੰਗ ਤਾਂ ਸ਼ੁਰੂ ਹੋ ਜਾਵੇਗੀ, ਪਰ ਕੁਝ ਨਾ ਕੁਝ ਜਿਹੜਾ ਉਹਦੇ ਵਿੱਚ ਜਿਹੜਾ ਕਪੈਸਿਟੀ ਲਿਮਿਟ ਦੀ ਰਹੇਗੀ ਜਾਂ ਹੋਰ ਕੁਝ ਰਹਿਣਗੀਆਂ। ਹੋਰ ਵੀ ਕੁਝ ਇਸੇ ਤਰੀਕੇ ਦੇ ਜਿਹੜੇ ਉਹ ਥੋੜ੍ਹੀ ਢਿੱਲ ਜਿਹੜੀ ਬਾਕੀ ਕਾਰੋਬਾਰਾਂ ਨੂੰ ਦਿੱਤੀ ਜਾਵੇਗੀ, ਜਿਵੇਂ ਥੀਏਟਰ ਆ 50% ਦੀ ਕਪੈਸਿਟੀ ਉਹਦੇ 'ਚ ਰਹੇਗੀ, ਜਾਂ ਹੋਰ ਥਾਵਾਂ ਨੇ ਥੋੜ੍ਹੀ ਜਿਹੀ ਗੈਦਰਿੰਗ 'ਚ ਹੋਰ ਖੁੱਲ੍ਹ ਦਿੱਤੀ ਜਾਵੇਗੀ, ਪਰ ਬਹੁਤਾ ਨੰਬਰ ਨਹੀਂ। ਅਗਲਾ ਪੜਾਅ ਜਿਹੜਾ ਫਿਰ ਉਹ 21 ਫਰਵਰੀ ਨੂੰ ਸ਼ੁਰੂ ਹੋਵੇਗਾ। ਉਸ ਤੋਂ ਅਗਲਾ ਜਿਹੜਾ ਪੜਾਅ ਆ ਫਿਰ ਉਹ 14 ਮਾਰਚ ਤੋਂ ਹੋਵੇਗਾ, ਜਿਸ 'ਚ ਕੋਈ ਬਹੁਤੀ ਕਪੈਸਿਟੀ ਦੀ ਜਿਹੜੀ ਉਹ ਲਿਮਿਟ ਜਿਹੜੀ ਉਹ ਨਹੀਂ ਰਹੇਗੀ। ਗੈਦਰਿੰਗ ਵੀ ਜਿਹੜੀ ਹੋ ਸਕਦੀ ਆ, ਪਰ ਜਿਹੜਾ ਵੈਕਸੀਨ, ਜਿਹੜਾ ਪ੍ਰੂਫ ਆਫ ਵੈਕਸੀਨੇਸ਼ਨ ਆ ਤੇ ਜਿਹੜਾ ਮਾਸਕ ਆ, ਉਹਦੇ ਉੱਤੇ ਕੋਈ ਢਿੱਲ ਨਹੀਂ ਗਾ। ਵੈਕਸੀਨ ਤੁਹਾਨੂੰ ਲਵਾਉਣੀ ਪੈਣੀ ਆ। ਪ੍ਰੂਫ ਆਫ ਵੈਕਸੀਨੇਸ਼ਨ ਦਾ ਜਿਹੜਾ ਹੁਕਮ ਆ ਉਹ ਲਾਗੂ ਰਹੇਗਾ। ਔਰ ਉਹਦੇ ਨਾਲ ਮਾਸਕ ਉੱਤੇ ਵੀ ਕੋਈ ਢਿੱਲ ਨਹੀਂ, ਮਾਸਕ ਵੀ ਤੁਹਾਨੂੰ ਪਾਉਣਾ ਪਵੇਗਾ। ਪਰ ਬਾਕੀ ਜਿਹੜੀਆਂ ਕਪੈਸਿਟੀ ਲਿਮਿਟਸ ਆ ਜਾਂ ਹੋਰ ਤਰ੍ਹਾਂ ਦੀਆਂ ਪਾਬੰਦੀਆਂ ਆ ਉਹ ਅੰਟਾਰੀਓ ਦੇ ਵਿੱਚ ਜਿਹੜੀਆਂ ਉਹ ਹਟ ਜਾਣਗੀਆਂ। ਤੇ ਅੱਜ ਤੋਂ ਭਾਵ ਕਿ 31 ਤਰੀਕ ਤੋਂ ਇਹ ਪੜਾਅ ਸ਼ੁਰੂ ਹੋ ਗਿਆ। ਅੱਜ ਪਹਿਲੇ ਪੜਾਅ ਦੀ ਸ਼ੁਰੂਆਤ ਹੈ, ਜਿਹਦਾ ਸਰਕਾਰ ਦੀ ਵੈਬਸਾਈਟ ਤੇ ਸਾਰੇ ਦੇਖ ਸਕਦੇ ਨੇ ਕਿ ਕੀ ਉਹਨਾਂ ਨੇ ਉੱਥੇ ਜਿਹੜਾ ਦੱਸਿਆ ਹੋਇਆ, ਕਿਵੇਂ ਹਰ ਇੱਕ ਚੀਜ਼ ਬਾਰੇ ਉਹਨਾਂ ਦੱਸਿਆ ਹੋਇਆ ਕਿ ਰੈਸਟੋਰੈਂਟ ਬਾਰੇ, ਜਿਮ ਬਾਰੇ, ਫਿਟਨੈਸ ਸੈਂਟਰਾਂ ਬਾਰੇ, ਕਲੱਬਾਂ ਬਾਰੇ, ਜਾਂ ਜਿਹੜੇ ਵਿਆਹਾਂ ਸ਼ਾਦੀਆਂ ਦੇ ਇਕੱਠ ਹੋਣਗੇ, ਜਾਂ ਜਿਹੜੇ ਸੰਸਕਾਰਾਂ ਦੇ ਇਕੱਠ ਹੋਣਗੇ, ਜਾਂ ਹੋਰ ਜਿਸ ਤਰੀਕੇ ਦੇ ਵੀ ਕੋਈ ਈਵੈਂਟਸ ਹੋਣਗੇ, ਸਭ ਦੇ ਬਾਰੇ ਉਹਨਾਂ ਨੇ ਉੱਥੇ ਬਹੁਤ ਵਿਸਥਾਰਪੂਰਵਕ ਜਿਹੜੀ ਜਾਣਕਾਰੀ ਵੈਬਸਾਈਟ 'ਤੇ ਦਿੱਤੀ ਹੋਈ ਆ। ਔਰ ਇਹ ਜਿਹੜਾ 3 ਪੜਾਵਾਂ 'ਚ ਖੁੱਲ੍ਹਣ ਜਾ ਰਿਹਾ, ਤੇ ਨਾਲ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਅਸੀਂ ਫਿਰ ਵੀ ਨਜ਼ਰ ਰੱਖਾਂਗੇ
ਤੇ ਸਥਿਤੀਆਂ ਮੁਤਾਬਕ ਮੌਕਿਆਂ ਮੁਤਾਬਕ ਜਿਹੜੀ ਉਹ ਬਦਲਾਵ ਵੀ ਕਰਦੇ ਰਹਾਂਗੇ। ਜੀ। ਸੋ ਮਨਦੀਪ ਜੀ, ਇਹਨਾਂ तमाम ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਤੇ ਇਹਨਾਂ ਦੀ ਜਾਣਕਾਰੀ ਸਾਨੂੰ ਦੇਣ ਵਾਸਤੇ ਬਹੁਤ-ਬਹੁਤ ਧੰਨਵਾਦ। ਜੀ ਬਹੁਤ ਬਹੁਤ ਧੰਨਵਾਦ ਜੀ। ਜੀ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਇੰਨਾ ਹੀ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ ਤੇ ਸਾਨੂੰ ਦਿਓ ਇਜਾਜ਼ਤ।